Hello everyone, welcome to Victor's Knowledge. This is Chinu Sharma. So today we are going to take up a very important history revision series. So ਇਹਦੇ ਅੰਦਰ total ਆਪਾਂ 200 MCQs ਕਰਾਂਗੇ ਅਲੱਗ-ਅਲੱਗ parts ਦੇ ਅੰਦਰ. So ਅੱਜ first part ਦੇ ਅੰਦਰ ਮੈਂ ਤੁਹਾਡੇ ਨਾਲ 60 MCQs discuss ਕਰੂੰਗੀ and this is very important for all upcoming exams. Also, I would like to share two important courses with you guys which I have launched recently. So as we all know that notifications release होनिया start हो गया 15 मई ਨੂੰ PSSB clerk ਦੇ ਜਿਹੜੇ ਐਗਜ਼ਾਮ ਹੈ ਗ੍ਰਾਮ ਸੇਵਕ ਦਾ ਵਿਲੇਜ ਡਿਵੈਲਪਮੈਂਟ ਆਫੀਸਰ ਇਹ ਜਿਹੜੇ ਪੇਪਰ ਹੋਣ ਵਾਲੇ ਨੇ ਇਹਨਾਂ ਦੇ ਐਪਲੀਕੇਸ਼ਨ ਸਟਾਰਟ ਹੋ ਜਾਣਗੀਆਂ 23 ਮਈ ਤੋਂ ਐਕਸਾਈਜ਼ ਟੈਕਸੇਸ਼ਨ ਇੰਸਪੈਕਟਰ ਦੇ ਆਨਲਾਈਨ ਫਾਰਮ ਫਿਲ ਹੋਣੇ ਸਟਾਰਟ ਹੋ ਜਾਣਗੇ ਸੋ ਟਾਈਮ ਬਹੁਤ ਘੱਟ ਹੈ ਜੇ ਤੁਸੀਂ ਇਹ ਥੋੜੇ ਟਾਈਮ ਦੇ ਵਿੱਚ ਰੈਲੇਵੈਂਟ ਕੋਰਸ ਲੈਣਾ ਚਾਹੁੰਦੇ ਹੋ ਰੈਲੇਵੈਂਸ ਮਟੀਰੀਅਲ ਲੈਣਾ ਚਾਹੁੰਦੇ ਹੋ ਐਗਜ਼ਾਮ ਦੇ ਲਈ ਤਾਂ ਤੁਸੀਂ ਇੱਕ ਕੋਰਸ ਬਾਏ ਕਰ ਸਕਦੇ ਹੋ ਤੁਸੀਂ ਇਕੱਲੇ ਵੀਡੀਓ ਲੈਕਚਰ ਵੀ ਲੈ ਸਕਦੇ ਹੋ ਤੁਹਾਨੂੰ ਜਿਹੜੇ ਕੋਰਸ ਦੀਆਂ ਡਿਟੇਲਸ ਨੇ ਨੋਟਸ ਕਿਹਦੇ ਵਿੱਚ ਮਿਲ ਰਹੇ ਨੇ ਇੱਕ ਹੋਰ ਇੰਪੋਰਟੈਂਟ ਚੀਜ਼ ਹੈ ਜਿਹੜੇ ਵੀ ਸਟੂਡੈਂਟ ਐਕਸਾਈਜ਼ ਤੇ ਟੈਕਸੇਸ਼ਨ ਇੰਸਪੈਕਟਰ ਦਾ ਪੂਰਾ ਕੋਰਸ ਐਗਜ਼ੈਕਟ ਅਮਾਉਂਟ ਵਿੱਚ ਬਾਏ ਕਰਨਗੇ ਉਹਨਾਂ ਨੂੰ ਇਹ ਜਿਹੜਾ ਸਾਰਾ ਕੰਪਲੀਟ ਕੋਰਸ ਹੈ ਗ੍ਰਾਮ ਸੇਵਕ ਤੇ PSSB ਕਲਰਕ ਦਾ ਇਹ ਬਿਲਕੁਲ 100% ਡਿਸਕਾਊਂਟ ਦੇ ਨਾਲ ਫ੍ਰੀ ਮਿਲੂਗਾ ਨਾਲ ਹੀ ਆਉਣ ਵਾਲੇ ਜੋ ਵੀ ਮੇਰੇ ਪੇਡ ਕੋਰਸ ਹੋਣਗੇ ਉਹ ਵੀ ਸਾਰੇ ਫ੍ਰੀ ਮਿਲਣਗੇ ਜਿਹੜੇ ਸਟੂਡੈਂਟ ਐਕਸਾਈਜ਼ ਟੈਕਸੇਸ਼ਨ ਇੰਸਪੈਕਟਰ ਦਾ ਕੋਰਸ ਬਾਏ ਕਰਨਗੇ ਸੋ ਸਟਾਰਟਿੰਗ ਵਿਦ ਫਰਸਟ ਕੁਐਸਚਨ ਮਾਡਰਨ ਇੰਡੀਆ ਦੀ ਸ਼ੁਰੂਆਤ ਹੁੰਦੀ ਆ ਯੂਰੋਪੀਅਨਸ ਜਦੋਂ ਤੋਂ ਭਾਰਤ ਦੇ ਅੰਦਰ ਆਉਣਾ ਸਟਾਰਟ ਹੋਏ ਡਿਸਕਵਰੀ ਕੀਤੀ ਸੋ ਉਹਦੇ ਵਿੱਚ ਪਹਿਲਾ ਨਾਮ ਆਪਣੇ ਸਾਹਮਣੇ ਆਉਂਦਾ ਵੈਸਕੋ ਡਗਾਮਾ ਦਾ ਜੋ ਕੈਲੀਕਟ ਵਿੱਚ ਆਏ ਸੀ ਸੋ ਕੁਐਸਚਨ ਹੈ ਵੈਸਕੋ ਡਗਾਮਾ ਕੈਲੀਕਟ ਇੰਡੀਆ ਵਿੱਚ ਕਿਹੜੇ ਸਨ ਵਿੱਚ ਆਏ ਕਿਹੜੇ ਈਅਰ ਵਿੱਚ ਆਏ ਸੋ ਉਹ ਆਏ 1498 ਆਪਸ਼ਨ ਡੀ ਨੈਕਸਟ ਹੈ ਦੀਊ ਕਿਹਦੀ ਕਲੋਨੀ ਸੀ ਸੋ ਇਹ ਸੀ ਪੋਰਚੁਗੀਜ਼ ਰੂਲਰ ਦੀ ਕਲੋਨੀ ਆਪਸ਼ਨ ਏ Which country established a trading post in Gujarat in 1612? 1612 ਦੇ ਵਿੱਚ ਟ੍ਰੇਡਿੰਗ ਪੋਰਟ ਖੋਲਿਆ ਸੀ ਗੁਜਰਾਤ ਵਿੱਚ ਬ੍ਰਿਟਿਸ਼ ਨੇ ਆਪਸ਼ਨ ਏ 1614 ਵਿੱਚ ਸਰ ਥੋਮਸ ਰੋ ਨੂੰ ਕਿਹਨੇ ਇਨਸਟਰਕਟ ਕੀਤਾ ਸੀ ਕਿ ਉਹ ਭਾਰਤ ਆ ਕੇ ਮੁਗਲ ਐਮਪਰਰ ਜਹਾਂਗੀਰ ਦੀ ਕੋਰਟ ਵਿੱਚ ਵਿਜ਼ਿਟ ਕਰਨ ਤੇ ਟ੍ਰੇਡ ਕਰਨ ਦਾ ਕਾਰੋਬਾਰ ਕਰਨ ਦੀ ਜਿਹੜੀ ਪਰਮਿਸ਼ਨ ਹੈ ਉਹਦੀ ਇੱਕ ਰਿਕੁਐਸਟ ਲੈ ਕੇ ਆਉਣ ਸੋ ਥੋਮਸ ਰੋ ਨੂੰ ਕਿਹਾ ਸੀ ਜੇਮਸ 1 ਨੇ ਆਪਸ਼ਨ ਏ 1661 ਵਿੱਚ ਜਿਹੜੀ ਕੰਪਨੀ ਹੈ ਉਹਨੇ ਆਬਟੇਨ ਕੀਤਾ ਸੀ ਕਿਹੜਾ ਸ਼ਹਿਰ ਚਾਰਲਸ 2 ਤੋਂ ਸੋ ਕੰਪਨੀ ਉਰੇ ਕੰਪਨੀ ਮਤਲਬ ਈਸਟ ਇੰਡੀਆ ਕੰਪਨੀ ਜਿਹੜੀ ਬ੍ਰਿਟਿਸ਼ ਵਾਲੀ ਕੰਪਨੀ ਸੀ ਈਸਟ ਇੰਡੀਆ ਕੰਪਨੀ ਨੇ ਬੰਬੇ ਲਿਆ ਸੀ ਚਾਰਲਸ 2 ਤੋਂ ਆਪਸ਼ਨ ਏ ਇਨ ਦ ਫਾਰਮ ਆਫ ਡਾਵਰੀ ਨੈਕਸਟ 1650 ਵਿੱਚ ਈਸਟ ਇੰਡੀਆ ਕੰਪਨੀ ਦਾ ਇੱਕ EMPLOYE ਸੀ ਉਹਦੇ ਵਿੱਚ ਕੰਮ ਕਰਨ ਵਾਲਾ ਬੰਦਾ ਸੀ ਗੈਬਰੀਲ ਬੋਟਨ ਇਹਨੇ ਭਾਰਤ ਵਿੱਚ ਟ੍ਰੇਡ ਕਰਨ ਦਾ ਲਾਇਸੈਂਸ ਲਿਆ ਸੀ ਕਿਹੜੀ ਜਗ੍ਹਾ ਦੇ ਉੱਤੇ ਟ੍ਰੇਡ ਕਰਨ ਦਾ ਲਾਇਸੈਂਸ ਸੋ ਉਹ ਲਿਆ ਸੀ ਬੰਗਾਲ ਦਾ ਆਪਸ਼ਨ ਏ ਵੈਰੀ ਇੰਪੋਰਟੈਂਟ ਬੈਟਲ ਨੈਕਸਟ ਜਿਹੜੇ ਤਿੰਨ ਕੁਐਸਚਨ ਨੇ ਇਹਨਾਂ ਦੇ ਈਅਰ ਤੁਹਾਨੂੰ ਐਜ਼ ਇਟ ਇਜ਼ ਯਾਦ ਹੋਣੇ ਚਾਹੀਦੇ ਨੇ these years are very important for exam ਸੋ ਪਹਿਲੀ ਹੈ ਬੈਟਲ ਆਫ ਪਲਾਸੀ ਕਿਹੜੇ ਸਾਲ ਚ ਹੋਈ 1757 ਵੌਂਡੀ ਵਾਸ਼ 1760 ਬੈਟਲ ਆਫ ਬਕਸਰ 1764 ਜੇ ਆਪਾਂ ਬੈਟਲ ਆਫ ਪਲਾਸੀ ਦੀ ਗੱਲ ਕਰੀਏ ਤਾਂ ਇਹਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੱਕ ਦੋ ਇੰਪੋਰਟੈਂਟ ਚੀਜ਼ਾਂ ਦੱਸ ਦਿੰਨੀ ਆ ਐਗਜ਼ੈਕਟ ਡੇਟ ਸੀ 23 ਜੂਨ 1757 ਇੰਪੋਰਟੈਂਟ ਚੀਜ਼ ਆ ਵੀ ਕਿਹਦੇ ਵਿਚਕਾਰ ਇਹ ਲੜਾਈ ਹੋਈ ਜਿਹੜੀ ਇਹ ਬੈਟਲ ਸੀ ਪਲਾਸੀ ਦੀ ਇਹਦੇ ਵਿੱਚ ਇੱਕ ਸਾਈਡ ਤੇ ਸੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਵਰਸਸ ਦੂਜੀ ਸਾਈਡ ਤੇ ਸੀ ਲਾਸਟ ਨਵਾਬ ਆਫ ਬੰਗਾਲ ਸਿਰਾਜ ਉਦੌਲਾ ਪਲੱਸ ਉਹਦੇ ਫ੍ਰੈਂਚ ਸਾਥੀ ਫ੍ਰੈਂਚ ਅਲਾਈਜ਼ ਨੈਕਸਟ ਸੀ ਬੈਟਲ ਆਫ ਵੌਂਡੀਵਾਸ਼ 1760 ਇਹਦਾ ਆਪਾਂ ਨੂੰ ਈਅਰ ਪਤਾ ਲੱਗ ਗਿਆ ਇਹਦੇ ਵਿੱਚ ਵੀ ਪਾਰਟੀ ਸਿੱਧੀਆਂ ਸੀਗੀਆਂ ਫ੍ਰੈਂਚ ਵਰਸਸ ਬ੍ਰਿਟਿਸ਼ ਉਸ ਤੋਂ ਬਾਅਦ ਜਿਹੜੀ ਬੈਟਲ ਆਫ ਬਕਸਰ ਹੈ ਇਹਦੀ ਐਗਜ਼ੈਕਟ ਡੇਟ ਹੈਗੀ ਹੈ 22 ਅਕਤੂਬਰ 1764 ਇੱਕ ਹੋਰ ਇੰਪੋਰਟੈਂਟ ਚੀਜ਼ ਜੋ ਮੈਂ ਤੁਹਾਨੂੰ ਫੈਕਟ ਦੱਸਣਾ ਭੁੱਲ ਗਈ ਬ੍ਰਿਟਿਸ਼ ਨੂੰ ਲੀਡ ਕਰ ਰਿਹਾ ਸੀ ਪਲਾਸੀ ਦੀ ਲੜਾਈ ਵਿੱਚ ਸਰ ਰੌਬਰਟ ਕਲਾਈਵ ਤੇ ਬੈਟਲ ਆਫ ਬਕਸਰ ਜਦੋਂ ਹੋਈ ਉਦੋਂ ਲੀਡ ਕਰ ਰਹੇ ਸੀ ਮੇਜਰ ਹੈਕਟਰ ਮੁਨਰੋ ਇਹ ਨਾਮ ਤੁਸੀਂ ਐਗਜ਼ਾਮ ਦੇ ਲਈ ਜ਼ਰੂਰ ਯਾਦ ਰੱਖਣੇ ਹੈ ਸੋ ਦੂਜੇ ਪਾਸੇ ਸੀ ਕੰਬਾਈਨਡ ਜਿਹੜੀ ਫੋਰਸਿਸ ਸੀ ਬੰਗਾਲ ਅਵਧ ਤੇ ਮੁਗਲ ਐਮਪਾਇਰ ਨੈਕਸਟ ਹੈ ਵਾਰਨ ਹਾਸਟਿੰਗ 1772 ਵਿੱਚ ਕਿੱਥੋਂ ਦੇ ਗਵਰਨਰ ਚੁਣੇ ਗਏ ਸੋ ਦ ਪਲੇਸ ਵਾਸ ਬੰਗਾਲ ਆਪਸ਼ਨ ਏ
नेक्स्ट इज रेगुलेटिंग एक्ट ਕਿਹੜੇ ਸਾਲ ਚ ਆਇਆ ਰੈਗੂਲੇਟਿੰਗ ਐਕਟ ਦਾ ਈਅਰ ਹੈ 1773 ਵੈਰੀ ਇੰਪੋਰਟੈਂਟ ਇਹ ਜਿਹੜੇ ਐਕਟ ਦੇ ਸਾਲ ਨੇ ਕੁਝ ਕਨਸਟੀਟਿਊਸ਼ਨਲ ਬੈਕਗ੍ਰਾਉਂਡ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਆ ਹਿਸਟਰੀ ਦੀ ਉਦੋਂ ਵੀ ਆਪਾਂ ਇਹ ਸਾਰੇ ਐਕਟ ਪੜ੍ਹਦੇ ਆ ਇਹ ਬਹੁਤ ਇੰਪੋਰਟੈਂਟ ਪਾਰਟ ਨੇ ਸੋ ਈਅਰ ਤੁਹਾਨੂੰ ਐਜ਼ ਇਟ ਇਜ਼ ਯਾਦ ਹੋਣੇ ਚਾਹੀਦੇ ਨੇ ਕਾਉਂਸਲ ਐਕਟ ਕਦੋਂ ਆਇਆ ਮੌਰਲੇ ਮਿੰਟੂ ਕਦੋਂ ਆਇਆ ਮੌਂਟੇਕ ਚੈਮਸਫੋਰਡ ਕਦੋਂ ਆਏ ਇਹ ਕੁਝ ਚੀਜ਼ਾਂ ਨੇ ਜਿਹੜੀਆਂ ਤੁਹਾਡੀਆਂ ਟਿਪਸ ਤੇ ਹੋਣੀਆਂ ਚਾਹੀਦੀਆਂ ਨੇ ਸੋ ਰੈਗੂਲੇਟਿੰਗ ਐਕਟ ਜਿੱਥੋਂ ਸ਼ੁਰੂਆਤ ਹੁੰਦੀ ਹੈ ਲੈਜਿਸਲੇਸ਼ਨਸ ਦੀ ब्रिटिश पीरियड ਦੇ ਅੰਦਰ ਉਹ ਆਇਆ 1773 ਹੈਦਰ ਅਲੀ ਕਿੱਥੋਂ ਦੇ ਰੂਲਰ ਸੀ ਹੈਦਰ ਅਲੀ ਮੈਸੂਰ ਦੇ ਰੂਲਰ ਸੀ ਆਪਸ਼ਨ ਬੀ ਮਾਹੇ ਕਿਸ ਇੰਪੋਰਟੈਂਟ ਕਲੋਨੀ ਦੀ ਪਾਰਟ ਸੀ ਮਾਹੇ ਸੀ ਫ੍ਰੈਂਚ ਦੀ ਇੱਕ ਇੰਪੋਰਟੈਂਟ ਕਲੋਨੀ 1781 ਵਿੱਚ ਸਰ ਆਇਰਕੂਟ ਨੇ ਡਿਫੀਟ ਕੀਤਾ ਸੀ ਕਿਨੂੰ ਐਟ ਪੋਰਟੋ ਨੋਵਾ ਵਿਖੇ ਹਰਾਇਆ ਸੀ ਹੈਦਰ ਅਲੀ ਨੂੰ ਜੋ ਮੈਸੂਰ ਦੇ ਰੂਲਰ ਸੀ ਕਿਨੇ ਹਰਾਇਆ ਸੀ ਸਰ ਆਇਰਕੂਟ ਨੇ ਆਪਸ਼ਨ 1 ਇਜ਼ ਦਾ ਰਾਈਟ ਆਨਸਰ ਟ੍ਰੀਟੀ ਆਫ ਮੈਂਗਲੋਰ ਕਿਹੜੇ ਸਾਲ ਵਿੱਚ ਸਾਈਨ ਕੀਤੀ ਗਈ ਟ੍ਰੀਟੀ ਆਫ ਮੈਂਗਲੋਰ ਸਾਈਨ ਕੀਤੀ 1784 ਆਪਸ਼ਨ ਡੀ ਸ਼੍ਰੀਰੰਗਪਟਨਮ ਕਿਹਦੇ ਰਾਜ ਦੀ ਕੈਪੀਟਲ ਸੀ ਸੋ ਏ ਸੀ ਟਿਪੂ ਸੁਲਤਾਨ ਦੀ ਕੈਪੀਟਲ ਆਪਸ਼ਨ ਬੀ The fourth Dash war was of short duration and decisive, ended with Tipu's death on 4 ਮਈ 1799 ਕਿਹੜਾ ਇੰਪੋਰਟੈਂਟ ਯੁੱਧ ਸੀ ਜਿਹੜਾ ਬਹੁਤ ਹੀ ਛੋਟੇ ਸਮੇਂ ਦੇ ਲਈ ਸੀਗਾ ਨਾਲ ਹੀ ਜਦੋਂ ਟਿਪੂ ਸੁਲਤਾਨ ਦੀ ਡੈਥ ਹੋ ਗਈ 4 ਮਈ 1799 ਨੂੰ ਉਹ ਲੜਾਈ ਉਹਦੇ ਨਾਲ ਹੀ ਖਤਮ ਹੋ ਗਈ ਸੋ ਇਹ ਸੀ ਚੌਥੀ ਐਂਗਲੋ ਮੈਸੂਰ ਵਾਰ ਆਪਸ਼ਨ ਏ ਸੂਰਤ ਟ੍ਰੀਟੀ ਕਿਹੜੇ ਸਾਲ ਸਾਈਨ ਕੀਤੀ ਗਈ ਇਹਦਾ ਈਅਰ ਹੈ 1775 ਆਪਸ਼ਨ ਡੀ ਟ੍ਰੀਟੀ ਆਫ ਰਾਜਪੁਰ ਘਾਟ 25 ਦਸੰਬਰ 1805 ਨੂੰ ਸਾਈਨ ਕੀਤੀ ਗਈ ਦੋ ਪਾਰਟੀਆਂ ਕਿਹੜੀਆਂ ਸੀ ਜਿਨ੍ਹਾਂ ਦੇ ਵਿਚਕਾਰ ਐਗਰੀਮੈਂਟ ਹੋਇਆ ਇੱਕ ਸੀ ਹੋਲਕਾਰ ਦੂਜੇ ਸੀ ਬ੍ਰਿਟਿਸ਼ ਆਪਸ਼ਨ ਬੀ 31 ਦਸੰਬਰ 1600 ਦੇ ਵਿੱਚ ਕੰਪਨੀ ਨੂੰ ਇੱਕ ਇੰਗਲਿਸ਼ ਰਾਇਲ ਚਾਰਟਰ ਦਿੱਤਾ ਸੀ ਟ੍ਰੇਡ ਦਾ ਭਾਰਤ ਦੇ ਅੰਦਰ ਤੇ ਉਹਦਾ ਨਾਮ ਸੀ ਗਵਰਨਰ ਐਂਡ ਕੰਪਨੀ ਆਫ ਮਰਚੈਂਟਸ ਆਫ ਲੰਡਨ ਟ੍ਰੇਡਿੰਗ ਇਨਟੂ ਦ ਈਸਟ ਇੰਡੀਜ਼ ਕਿਨੇ ਇਹ ਚਾਰਟਰ ਦਿੱਤਾ ਸੀ ਸੋ ਇਹ ਦਿੱਤਾ ਗਿਆ ਸੀ ਐਲਿਜ਼ਾਬੈਥ 1 ਦੇ ਦੁਆਰਾ ਆਪਸ਼ਨ ਏ Under the government of India dash the British Crown assumed direct administration of India in new British Raj ਕਿਹੜਾ ਐਕਟ ਸੀ ਜਿਹਦੇ ਤੋਂ ਬਾਅਦ ਭਾਰਤ ਦੇ ਅੰਦਰ ਬ੍ਰਿਟਿਸ਼ ਕਰਾਊਨ ਜਿਹੜੀ ਕੁਈਨ ਸੀ ਉਹਦਾ ਡਾਇਰੈਕਟ ਰੂਲ ਹੋ ਗਿਆ ਇੱਕ ਨਵਾਂ ਬ੍ਰਿਟਿਸ਼ ਰਾਜ ਆ ਗਿਆ ਇਸ ਤੋਂ ਪਹਿਲਾਂ ਰੂਲ ਚਲਾ ਰਹੀ ਸੀ ਈਸਟ ਇੰਡੀਆ ਕੰਪਨੀ ਸੋ ਹੁਣ 1858 ਵਾਲਾ ਜਿਹੜਾ ਗਵਰਨਮੈਂਟ ਆਫ ਇੰਡੀਆ ਐਕਟ ਸੀ ਇਸ ਤੋਂ ਬਾਅਦ ਡਾਇਰੈਕਟ ਐਡਮਿਨਿਸਟ੍ਰੇਸ਼ਨ ਹੋਗੀ ਨਵੇਂ ਬ੍ਰਿਟਿਸ਼ ਰਾਜ ਦੇ ਅੰਦਰ ਬ੍ਰਿਟਿਸ਼ ਕੁਈਨ ਦੀ ਵੈਰੀ ਇੰਪੋਰਟੈਂਟ ਕੁਐਸਚਨ ਸਪੈਨਿਸ਼ ਆਰਮਾਦਾ ਦੀ ਹਾਰ ਕਦੋਂ ਹੋਈ ਡਿਫੀਟ ਕਿਹੜੇ ਸਾਲ ਚ ਹੋਈ ਸੋ ਦ ਈਅਰ ਇਜ਼ 1588 English East India Company achieved a major victory over Portuguese ਕਿਹੜੀ ਲੜਾਈ ਵਿੱਚ ਜਿਹੜੀ 1612 ਵਿੱਚ ਹੋਈ ਜਿਹਦੇ ਵਿੱਚ ਇੰਗਲਿਸ਼ ਈਸਟ ਕੰਪਨੀ ਨੇ ਪੋਰਚੁਗੀਜ਼ ਨੂੰ ਹਰਾਇਆ ਸੀ ਸੋ ਇਹ ਸੀ ਸਵਾਲੀ ਦੀ ਲੜਾਈ ਬੈਟਲ ਆਫ ਸਵਾਲੀ ਆਪਸ਼ਨ ਸੀ ਤੇ ਤੁਸੀਂ ਈਅਰ ਵੀ ਯਾਦ ਰੱਖਣਾ ਹੈ 1612 ਨੈਕਸਟ 24th ਕੁਐਸਚਨ 7 ਈਅਰ ਵਾਰ 1756 ਤੋਂ 1763 ਤੱਕ ਚੱਲੀ ਕਿਹੜੀਆਂ ਫੋਰਸਿਸ ਸੀ ਜਿਨ੍ਹਾਂ ਵਿੱਚ ਇਹ ਲੜਾਈ ਹੋਈ ਤੇ ਕਿਹਦੀ ਹਾਰ ਹੋਈ ਸੋ ਇਹ ਇੱਕ ਗਲੋਬਲ ਲੈਵਲ ਦੀ ਵਰਲਡ ਲੈਵਲ ਦੀ ਬ੍ਰਿਟਿਸ਼ ਤੇ ਫਰਾਂਸ ਦੀ ਲੜਾਈ ਸੀ ਜਿਹਦੇ ਵਿੱਚ ਬ੍ਰਿਟਿਸ਼ ਦੀ ਜਿੱਤ ਹੋਈ ਤੇ ਫ੍ਰੈਂਚ ਫੋਰਸਿਸ ਦੀ ਹਾਰ ਹੋਈ ਡਿਫੀਟ ਹੋਈ ਸੋ ਆਪਸ਼ਨ ਸੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਰੋਬਰਟ ਕਲਾਈਵ ਕਿਹਦੇ ਗਵਰਨਰ ਜਨਰਲ ਸੀ ਸੋ ਇਹ ਸੀ ਬ੍ਰਿਟਿਸ਼ ਤੇ ਗਵਰਨਰ ਜਨਰਲ ਆਪਸ਼ਨ ਸੀ ਨੈਕਸਟ ਹੈ ਜੋਸਫ ਫ੍ਰੈਂਕੋਇਸ ਡੁਪਲੈਕਸ ਕਿਹੜੀ ਫੋਰਸਿਸ ਦੇ ਕਮਾਂਡਰ ਸੀ ਭਾਰਤ ਦੇ ਅੰਦਰ ਡੁਪਲੈਕਸ ਦਾ ਨਾਮ ਬਹੁਤ ਇੰਪੋਰਟੈਂਟ ਹੈ ਸੋ ਇਹ ਫ੍ਰੈਂਚ ਫੋਰਸਿਸ ਦੇ ਇੱਕ ਕਾਫੀ ਇੰਪੋਰਟੈਂਟ ਕਮਾਂਡਰ ਸੀ ਸਪੈਨਿਸ਼ ਆਰਮੇਡਾ ਨੂੰ ਕਿਹਨੇ ਹਰਾਇਆ ਸੀ ਸਪੈਨਿਸ਼ ਆਰਮੇਡਾ ਨੂੰ ਐਲਿਜ਼ਾਬੈਥ 1 ਨੇ ਹਰਾਇਆ ਸੀ ਆਪਸ਼ਨ ਏ ਪਹਿਲੀ ਓਪੀਅਮ ਵਾਰ ਕਿਹੜੇ ਸਾਲ ਵਿੱਚ ਸਟਾਰਟ ਹੋਈ ਸੋ ਦ ਈਅਰ ਇਜ਼ 1839 ਇੰਡੀਅਨ ਮਿਊਟਨੀ ਜਿਹਨੂੰ ਆਪਾਂ ਰਿਵੋਲਟ ਆਫ ਡੈਸ਼ ਕਹਿੰਦੇ ਆ ਈਅਰ ਕੀ ਹੈ ਕਿ ਕਿਹੜੇ ਸਾਲ ਦੀ ਰਿਵੋਲਟ ਸੋ ਇੰਡੀਅਨ ਮਿਊਟਨੀ ਸਟਾਰਟ ਹੋਈ 1857 ਤੇ ਇਹਦਾ ਨਾਮ ਵੀ ਹੈ ਫਰਸਟ ਵਾਰ ਆਫ ਇੰਡੀਪੈਂਡੈਂਸ ਵੀ ਕਹਿੰਦੇ ਆ ਰਿਵੋਲਟ ਆਫ 1857 ਵੀ ਕਹਿੰਦੇ ਆ ਵੈਰੀ ਇੰਪੋਰਟੈਂਟ ਕੰਪਨੀ ਨੇ ਕਿਹੜੇ ਐਕਟ ਪਾਸ ਹੋਣ ਤੋਂ ਬਾਅਦ ਆਪਣੀਆਂ ਸਾਰੀਆਂ ਐਡਮਿਨਿਸਟ੍ਰੇਟਿਵ ਪਾਵਰਸ ਖੋਤੀਆਂ ਉਸ ਤੋਂ ਬਾਅਦ ਕੀ ਹੋਇਆ ਜਿਹੜੀ ਬ੍ਰਿਟਿਸ਼ ਕਰਾਊਨ ਸੀ ਕੁਈਨ ਸੀ ਉਹਨੇ ਸਾਰਾ ਡਾਇਰੈਕਟ ਐਡਮਿਨਿਸਟ੍ਰੇਸ਼ਨ ਭਾਰਤ ਦੇ ਅੰਦਰ ਸੰਭਾਲ ਲਈ ਸੋ ਇਹ ਐਕਟ ਸੀ 1858 ਦਾ ਗਵਰਨਮੈਂਟ ਆਫ ਇੰਡੀਆ Who set up the dual system of administration in Bengal?
ਬੰਗਾਲ ਦੇ ਵਿੱਚ ਡੂਅਲ ਸਿਸਟਮ ਆਫ ਐਡਮਿਨਿਸਟ੍ਰੇਸ਼ਨ ਸਟਾਰਟ ਕੀਤੀ ਸੀ ਰॉबर्ट क्लाइव ने। Dash permanent settlement was made in Bengal in the sphere of revenue administration। permanent settlement वाला जिहड़ा concept सी revenue administration दा related ਇਹ start ਕੀਤਾ लॉर्ड कॉर्नवालिस ने। option D another important question। ਨੈਕਸਟ ਵੀ ਇਹਦੇ ਨਾਲ ਹੀ ਰਿਲੇਟਡ ਕੁਐਸਚਨ ਹੈ ਕਿਹੜੇ ਸਾਲ ਵਿੱਚ ਇਨਫੋਰਸ ਕੀਤਾ ਇਹ ਸਿਸਟਮ। ਸੋ ਲਾਰਡ ਕॉर्नवालिस ਨੇ 1793 ਦੇ ਵਿੱਚ ਇਨਫੋਰਸ ਕੀਤਾ ਪਰਮਨੈਂਟ ਸੈਟਲਮੈਂਟ। ਸਬਸਿਡਰੀ ਅਲਾਈਅੰਸ ਕਿਨੇ ਸਟਾਰਟ ਕੀਤੀ। ਦਿਸ ਵਾਸ ਇੰਟਰੋਡਿਊਸਡ ਬਾय ਲਾਰਡ ਵੈਲਿਸਲੇ। ਆਪਸ਼ਨ ਏ ਫਕੀਰ ਸੰਨਿਆਸੀ ਰੈਜ਼ਿਸਟੈਂਸ ਅਗੇਂਸਟ ਈਸਟ ਇੰਡੀਆ ਕੰਪਨੀ ਡੋਮੀਨੈਂਸ। ਸੋ ਇਹ ਡੋਮੀਨੈਂਸ ਸੀ ਬੰਗਾਲ ਦੇ ਅੰਦਰ ਈਸਟ ਇੰਡੀਆ ਕੰਪਨੀ ਦੇ ਅਗੇਂਸਟ। ਆਪਸ਼ਨ ਡੀ Dash a judge of Supreme Court founded Asiatic Society of Bengal in 1784 AD। ਇਹ ਸੁਸਾਇਟੀ ਬੰਗਾਲ ਚ ਖੋਲੀ ਸੀ ਸਰ ਵਿਲੀਅਮ ਜੋਨਸ ਨੇ ਤੇ ਇਹ ਕੌਣ ਸੀ ਇਹ ਸੁਪਰੀਮ ਕੋਰਟ ਦੇ ਜੱਜ ਸੀ। ਚਾਰਲਸ ਵੁੱਡ ਡਿਸਪੈਚ ਈਅਰ ਕੀ ਹੈ। ਈਅਰ ਇਜ਼ 1854। ਹਿੰਦੂ ਵਿਡੋ ਰੀਮੈਰਿਜ ਐਕਟ ਕਿਹੜੇ ਸਾਲ ਚ ਪਾਸ ਹੋਇਆ। ਦ ਈਅਰ ਇਜ਼ 1856। ਆਪਸ਼ਨ ਏ ਡਾਕਟ੍ਰਿਨ ਆਫ ਲੈਪਸ ਕਿਨੇ ਇੰਟਰੋਡਿਊਸ ਕੀਤਾ। ਇਹ ਕੁਐਸਚਨ ਕਾਫੀ ਵਾਰੀ ਐਗਜ਼ਾਮ ਚ ਆਉਂਦਾ। ਦਿਸ ਇਜ਼ ਵਨ ਆਫ ਦ ਮੋਸਟ ਰੈਪੀਟੀਟਿਵ ਕੁਐਸਚਨ। ਸੋ ਇਹਨੂੰ ਇੰਟਰੋਡਿਊਸ ਕੀਤਾ ਲਾਰਡ ਡਲਹਾਊਜ਼ੀ ਨੇ। ਸਿਪੋਏ ਮਿਊਟਨੀ ਕਿਹੜੇ ਸਾਲ ਚ ਹੋਈ। ਸੋ ਇਹ ਹੋਈ 1857। ਸੇਮ ਜਿਹੜਾ ਤੁਹਾਨੂੰ ਮੈਂ ਪਿੱਛੇ ਦੱਸਿਆ ਇਹਦਾ ਇੱਕ ਹੋਰ ਨਾਮ ਹੈ ਫਰਸਟ ਵਾਰ ਆਫ ਇੰਡੀਪੈਂਡੈਂਸ ਰਿਵੋਲਟ ਆਫ 1857 ਤੇ ਨਾਲ ਹੀ ਇਹਨੂੰ ਸਿਪੋਏ ਮਿਊਟਨੀ ਵੀ ਕਿਹਾ ਜਾਂਦਾ ਹੈ। ਇੰਡੀਅਨ ਨੈਸ਼ਨਲ ਕਾਂਗਰਸ ਦੀ ਫਾਰਮੇਸ਼ਨ ਕਿਹੜੇ ਸਾਲ ਚ ਹੋਈ। INC was formed in the year 1885। option A vernacular press act ਕਿਹੜੇ ਸਾਲ ਚ ਪਾਸ ਹੋਇਆ। the year is 1878। ਇਹਨੂੰ ਰੱਦ ਕਿਨੇ ਕੀਤਾ ਰਿਪੀਲ ਕਿਨੇ ਕੀਤਾ ਸੀ ਇਸ ਐਕਟ ਨੂੰ। so this was repealed by Lord Ripon। option A who made remarkable contribution to the development of local government। very important father of local government ਵੀ ਕਿਹਾ ਜਾਂਦਾ ਹੈ। so answer ਹੈ Lord Ripon। option A Land was owned by temples। ਜਿਹੜੀ ਜ਼ਮੀਨ ਮੰਦਿਰਾਂ ਦੇ ਦੁਆਰਾ ਓਨ ਕੀਤੀ ਜਾਂਦੀ ਸੀ ਉਹਨੂੰ ਕੀ ਕਿਹਾ ਜਾਂਦਾ ਸੀ ਪੁਰਾਣੇ ਸਮੇਂ ਦੇ ਵਿੱਚ। ਸੋ ਉਹਦਾ ਨਾਮ ਸੀ ਦੇਵਸਵਮ। ਆਪਸ਼ਨ ਏ ਟਿਪੂ ਕਿਹੜੀ ਲੜਾਈ ਦੇ ਵਿੱਚ ਕਿੰਨਵੀਂ ਐਂਗਲੋ ਮਰਾਠਾ ਵਾਰ ਦੇ ਵਿੱਚ ਹਾਰੇ ਸੀ ਬ੍ਰਿਟਿਸ਼ ਦੇ ਦੁਆਰਾ। ਸੋ ਟਿਪੂ ਦੀ ਡਿਫੀਟ ਹੋਈ ਸੀ ਥਰਡ ਐਂਗਲੋ ਮਰਾਠਾ ਵਾਰ ਵਿੱਚ ਪਹਿਲੀ ਵਾਰੀ। ਆਪਸ਼ਨ ਸੀ According to terms of Treaty of Srirangapatnam dash was ceded to British। ਇਸ ਅਗਰੀਮੈਂਟ ਦੇ ਅੰਦਰ ਕਿਹੜੀ ਜਗ੍ਹਾ ਨੂੰ ਬ੍ਰਿਟਿਸ਼ ਵਿੱਚ ਇਨਕਲੂਡ ਕਰਤਾ। ਸੋ ਉਹ ਸੀ ਮਾਲਾਬਾਰ। ਆਪਸ਼ਨ ਏ Throughout the 19th century, intermittent uprisings occurred in Malabar, especially in Dash and Vallabhanad taluks। 22 such rights were deported in different parts of Malabar। So Malabar ਦੀ ਜਿਹੜੀ ਜਗ੍ਹਾ ਹੈ ਜਿੱਥੇ ਮੇਨਲੀ ਦੰਗੇ ਹੋਏ ਸੀ ਰਾਈਟਸ ਹੋਏ ਸੀ ਉਹ ਸੀ ਅਰਨਾਦ। ਆਪਸ਼ਨ ਏ MSP ਦਾ ਕੀ ਮੀਨਿੰਗ ਹੈ ਜਦੋਂ ਆਪਾਂ ਬ੍ਰਿਟਿਸ਼ ਇੰਡੀਆ ਦੀ ਗੱਲ ਕਰਦੇ ਆ। ਸੋ ਉੱਥੇ ਐਡਮਿਨਿਸਟ੍ਰੇਸ਼ਨ ਦਾ ਰਿਲੇਟਡ ਟਰਮ ਹੈ ਮਾਲਾਬਾਰ ਸਪੈਸ਼ਲ ਪੁਲਿਸ। ਆਪਸ਼ਨ ਏ Violent Mapilas stormed the bungalow of district magistrate and murdered him। ਸੋ ਮਾਪਿਲਾਸ ਨੇ ਜਦੋਂ ਰਿਵੋਲਟ ਹੋਏ ਸੀ ਰੈਵੋਲੂਸ਼ਨ ਦੇ ਲਈ ਉਹਨਾਂ ਨੇ ਕਾਫੀ ਜ਼ਿਆਦਾ ਦੰਗੇ ਵਗੈਰਾ ਕੀਤੇ ਮੂਵਮੈਂਟਸ ਕੀਤੀਆਂ। ਕਿਹੜੇ ਡਿਸਟ੍ਰਿਕਟ ਮੈਜਿਸਟ੍ਰੇਟ ਦੇ ਬੰਗਲੋ ਨੂੰ ਟਾਰਗੇਟ ਕੀਤਾ 1855 ਵਿੱਚ ਉਹਨਾਂ ਦਾ ਮਰਡਰ ਕੀਤਾ। ਸੋ ਉਹ ਸੀ HV Connolly। ਆਪਸ਼ਨ ਏ As the unrest continued unabatedly, Madras government appointed। ਜਿਹੜੀ ਇਹ ਤੁਹਾਨੂੰ ਮੈਂ ਮਾਲਾਬਾਰ ਦੀ ਇਨਕਲੂਜਨ ਦੀ ਗੱਲ ਦੱਸਦੀ ਆ ਉਸ ਤੋਂ ਬਾਅਦ ਕਾਫੀ ਦੰਗੇ ਹੋਏ ਰਾਈਟਸ ਹੋਏ ਇੱਕ ਡਿਸਟ੍ਰਿਕਟ ਮੈਜਿਸਟ੍ਰੇਟ ਦੀ ਡੈਥ ਵੀ ਹੋ ਗਈ ਉਹਨਾਂ ਦਾ ਮਰਡਰ ਹੋ ਗਿਆ। ਸੋ ਇਹ ਜਿਹੜੀ ਸਾਰੀ ਅਨਰੈਸਟ ਚੱਲ ਰਹੀ ਸੀਗੀ ਇਸ ਅਨਰੈਸਟ ਦੇ ਚੱਲਦੇ ਹੋਏ ਮਦਰਾਸ ਗਵਰਨਮੈਂਟ ਨੇ ਕਿਹਨੂੰ ਅਪਾਇੰਟ ਕੀਤਾ ਸੀ ਮਾਲਾਬਾਰ ਦੇ ਕਲੈਕਟਰ ਦੇ ਤੌਰ ਤੇ ਐ ਸਪੈਸ਼ਲ ਕਮਿਸ਼ਨਰ ਟੂ ਇਨਕੁਆਇਰ ਇਨਟੂ ਦ ਕਾਜ਼ਸ ਆਫ ਅਪਰਾਈਜ਼ਿੰਗ and recommend remedial measure। so OC William Logan। option B culmination of series of uprising was the Mapila revolt। ਸਾਲ ਕੀ ਸੀ ਔਰ 1921 Mapila revolt ਦਾ। option D when the East India Company came into existence ਉਸ ਸਮੇਂ ਇੰਗਲੈਂਡ ਨੂੰ ਕੌਣ ਰੂਲ ਕਰ ਰਿਹਾ ਸੀ ਇੰਗਲੈਂਡ ਨੂੰ ਰੂਲ ਕਰ ਰਹੇ ਸੀ ਸਟੂਅਰਟਸ। option B greatest contribution of British rule to the growth of India nationalism was। ਸੋ ਉਹ ਸੀ ਸਭ ਤੋਂ ਵੱਡਾ ਯੋਗਦਾਨ ਮੰਨਿਆ ਜਾਂਦਾ ਭਾਰਤ ਦੇ ਅੰਦਰ ਵੈਸਟਰਨ ਐਜੂਕੇਸ਼ਨ ਦੀ ਇੰਟਰੋਡਕਸ਼ਨ ਜੋ ਬ੍ਰਿਟਿਸ਼ ਰੂਲ ਦਾ ਇੱਕ ਮੇਨ ਪੋਜ਼ਿਟਿਵ ਚੀਜ਼ ਹੈ ਇੰਡੀਅਨ ਨੈਸ਼ਨਲਿਜ਼ਮ ਦੀ ਗਰੋਥ ਦੇ ਲਈ ਵੀ ਕਾਫੀ ਇੰਪੋਰਟੈਂਟ ਹੈ।
ਕਿਉਂਕਿ ਵੈਸਟਰਨ ਐਜੂਕੇਸ਼ਨ ਦੇ ਨਾਲ ਆਪਣੇ ਰਾਈਟਸ ਦੀ, ਇਕੁਐਲਿਟੀ ਦੀ, ਜਸਟਿਸ ਦੀ, ਫਰੀडम ਦੀ, ਕਿਵੇਂ ਆਪਾਂ ਨੇ ਫ੍ਰੀਲੀ ਬੋਲਣਾ ਹੈ, ਇਹ ਸਾਰੀਆਂ ਚੀਜ਼ਾਂ ਦੀ ਨੌਲੇਜ ਹੋਈ, ਜਿਹਨੇ ਇੰਡੀਅਨ ਨੈਸ਼ਨਲਿਜ਼ਮ ਦੀ ਗਰੋਥ ਵਿੱਚ ਬਹੁਤ ਜ਼ਿਆਦਾ ਵੱਡਾ ਯੋਗਦਾਨ ਦਿੱਤਾ। 1877 ਦੇ ਵਿੱਚ ਇੰਡੀਅਨ ਸਿਵਲ ਸਰਵਿਸਿਜ਼ ਦੀ ਜਿਹੜੀ ਐਂਟਰੈਂਸ ਏਜ ਸੀ ਉਹਨੂੰ 21 ਸਾਲ ਤੋਂ ਘਟਾ ਕੇ ਕਿੰਨੀ ਕਰਤੀ? ਸੋ ਇਟ ਵਾਸ ਰਿਡਿਊਸਡ ਟੂ 19 years, option C. Dash started an all-India campaign for restoring the entrance age of 21 and for simultaneous Indian civil services examination in India. A important campaign ਚਲਾਇਆ ਸੀ SN ਬੈਨਰਜੀ ਨੇ, option B. ਇੰਡੀਆ ਦੇ ਪਾਸਟ ਨੂੰ ਦੁਬਾਰਾ ਤੋਂ ਰੀਡਿਸਕਵਰ ਕਰਨ ਦੀ ਕੋਸ਼ਿਸ਼ ਕਿਨੇ ਕੀਤੀ? ਸੋ ਇਹ ਇੰਪੋਰਟੈਂਟ ਪਰਸਨ ਹੈ ਮੈਕਸ ਮੁਲਰ, option B. ਲਾਈਟਨ ਨੇ ਇੱਕ ਇੰਪੀਰੀਅਲ ਦਰਬਾਰ ਕੀਤਾ ਸੀ ਹੈਲਡ 1877 ਵਿੱਚ ਦਿੱਲੀ ਵਿਖੇ। ਉੱਥੇ ਅਨਾਉਂਸ ਕੀਤਾ ਕਿ ਕੁਈਨ ਵਿਕਟੋਰੀਆ, ਕੌਣ? ਕੁਈਨ ਵਿਕਟੋਰੀਆ ਐਮਪ੍ਰੈਸ ਆਫ ਇੰਡੀਆ ਬਣਨਗੀਆਂ ਐਟ ਅ ਟਾਈਮ ਵੈਨ ਲਾਰਜ ਪਾਰਟ ਆਫ ਕੰਟਰੀ ਵਾਜ਼ ਇਨ ਗ੍ਰਿਪ ਆਫ ਸਵੇਅਰ ਫੇਮਾਈਨ। ਬਹੁਤ ਜ਼ਿਆਦਾ ਸੁੱਕਾ ਪਿਆ ਹੋਇਆ ਸੀ, ਕਿਸੇ ਨੂੰ ਖਾਣ ਪੀਣ ਨੂੰ ਕੁਝ ਨਹੀਂ ਸੀ ਮਿਲ ਰਿਹਾ, ਕਾਫੀ ਜ਼ਿਆਦਾ ਵੱਡੇ ਲੈਵਲ ਤੇ ਫੇਮਾਈਨ ਸੀ ਬੰਗਾਲ ਦੇ ਕਾਫੀ ਪਾਰਟ ਵਿੱਚ। ਸੋ ਉਸ ਸਮੇਂ ਲਾਰਡ ਲਾਈਟਨ ਨੇ ਇੱਕ ਇੰਪੀਰੀਅਲ ਦਰਬਾਰ ਬੁਲਾ ਕੇ ਅਨਾਉਂਸ ਕਰਤਾ ਕਿ ਹੁਣ ਸਾਰਾ ਕੰਟਰੋਲ ਕਿਹਦੇ ਕੋਲ ਜਾਊਗਾ? ਕੁਈਨ ਵਿਕਟੋਰੀਆ ਕੋਲ, ਕਿ ਉਹ ਭਾਰਤ ਦੀ ਐਮਪ੍ਰੈਸ ਨੇ। Who put up statute book to obnoxious measure the vernacular press act, Indian Arms Act? ਇਹ vernacular press act ਜਿਹਨੂੰ ਬਾਅਦ ਵਿੱਚ ਲਾਰਡ ਰਿਪਨ ਨੇ ਰੱਦ ਕਰਤਾ ਸੀ, ਇੰਡੀਅਨ ਆਰਮਸ ਐਕਟ ਕਿਹਨੇ ਸਟਾਰਟ ਕੀਤੇ ਸੀ? ਇਹ ਸੀ ਲਾਰਡ ਲਾਈਟਨ ਦੇ ਲੈਜਿਸਲੇਸ਼ਨਸ, option B. ਇਲਬਰਟ ਬਿਲ ਕੰਟਰੋਵਰਸੀ ਕਿਹਦੇ ਰੂਲ ਦੇ ਟਾਈਮ? ਉਸ ਟਾਈਮ ਕੌਣ ਸੀ ਮੇਨ ਆਪਣਾ ਕੰਟਰੋਲਰ ਜਿਹਨੇ ਐਕਸਪੋਜ਼ ਹੋਏ? ਇਲਬਰਟ ਬਿਲ ਦੇ ਵਿੱਚ ਕੀ ਸੀ ਕਿ ਜਿਹੜੇ ਬ੍ਰਿਟਿਸ਼ਰਸ ਨੇ ਉਹਨਾਂ ਦੇ ਦਿਲ ਵਿੱਚ ਕੋਈ ਇੰਡੀਆ ਦੀ ਡਿਵੈਲਪਮੈਂਟ ਦੀ ਗੱਲ ਨਹੀਂ ਹੈ, ਰੇਸ਼ੀਅਲ ਬਿਟਰਨੈਸ ਹੈ, ਉਹ ਬਲੈਕ ਵਾਈਟ ਵਿੱਚ ਫਰਕ ਕਰਦੇ ਨੇ, ਇੰਡੀਅਨਸ ਫਰਕ ਕਰਦੇ ਨੇ, ਤੇ ਨਾਲ ਹੀ ਉਹ ਭਾਰਤ ਨੂੰ ਯੂਨਾਈਟ ਨਹੀਂ ਕਰਕੇ ਰੱਖਣਾ ਚਾਹੁੰਦੇ। ਸੋ ਇਹ ਕੰਟਰੋਵਰਸੀ ਉੱਠੀ ਸੀ ਇਲਬਰਟ ਬਿਲ ਵਾਲੀ ਲਾਰਡ ਰਿਪਨ ਦੇ ਪੀਰੀਅਡ ਦੇ ਟਾਈਮ, option B. And this was all about our today's part 1 MCQs from Indian history. In next part we'll be covering 61 to 120 MCQs. So I hope you like the content. Keep supporting Victor's Knowledge. Thank you and good luck.